गुरु प्यारी गुरु सवारी सत्कार योग। आ संगत जियो गज के फतेह सांझ करो जी। वाहे गुरु जी का खालसा वाहे गुरु जी की फतेह। जुगो जुग अटल श्री गुरु ग्रंथ साहिब महाराज जिन्हां दा पावन प्रकाश दिहाड़ा जो कल संगतां ने बड़ी ही धूम धाम नाल जिथे भी संसार के कोने कोने तो खास करके हरमंदर साहिब अमृतसर गुरु रामदास जी की नगरी जिथे बहुत ही सजावट के ढंग नाल सतगुरु नूं सुशोभित करके संगतां बड़े ही प्रेम और उत्साह नाल मना रही सन। ते सतगुरु महाराज अपने बख्शिशां वंड रहे हैं। ये जो बाणी है ये निरंकार है। दस ये दसां गुरुआं दी जोत हैं। वही गुरु नानक देव जी महाराज इस बाणी अंदर विराजमान हैं। ते सतगुरु नूं जो भावना नाल नतमस्तक होंदा है, जैसा भाव बनाएगा ना घरों कोई आएगा प्रेम, वैसा ही भांडे अंदर फल प्राप्त होंदा है। आखो सतनाम श्री वाह। जे अधूरी श्रद्धा रख के आओगे तो अधूरा ही फल मिलेगा। जड़ा 100% पूर्ण श्रद्धा भावना बना के आंदा है उन्होंने मन बाचत फल ते पूरे बटा पूरे नंबर भी मिलते हैं। आओ पहला अज दे पावन हुक्मनामे की कथा होने तो पहला सारे जो जाप करते हो सिमरन का सारे हाजरियां भरो जी। रल के पढ़िया करो, उत्साह दे नाल पढ़िया करो, जोश नाल। वाहेगुरु 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 विसर नहीं दातार विसर नहीं दातार अपना नाम दे हो अपना नाम दे हो गुण गावा दिन रात गुण गावा दिन रात नानक चाहो ए हो नानक चाहो ए हो वाहेगुरु 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 वाहेगुरु
ਵਾਹਿਗੁਰੂ 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 ਤੁਰ ਕੀ ਬਾਣੀ ਆਈ ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਤਿਨ ਸਗਲੀ ਚਿੰਤ ਮਿਟਾਈ ਬਾਣੀ ਨਿਰੰਕਾਰ ਹੈ 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 ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 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 ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੋਡੀ ਮਹੱਲਾ ਪੰਜਵਾਂ। ਪੰਜਵੇਂ ਗੁਰੂ ਨਾਨਕ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਇਹ ਬੋਲ ਹਨ। ਟੋਡੀ ਰਾਗ ਦਾ ਨਾਮ ਹੈ ਜੀ। ਹਰ ਹਰ ਚਰਨ ਹਿਰਦੈ ਉਰ ਧਾਰੇ। ਪਰਮਾਤਮਾ ਦੇ ਚਰਨ ਸਦਾ ਆਪਣੇ ਹਿਰਦੇ ਵਿੱਚ ਚੰਗੀ ਤਰ੍ਹਾਂ ਸੰਭਾਲ ਕੇ ਰੱਖੋ। ਚੰਗੀ ਤਰ੍ਹਾਂ ਹਿਰਦੇ ਵਿੱਚ ਵਸਾ ਲਓ ਪ੍ਰਭੂ ਜੀ ਦੇ ਚਰਨ ਨੂੰ। ਸਿਮਰ ਸੁਆਮੀ ਸਤਿਗੁਰ ਆਪਣਾ, ਕਾਰਜ ਸਫਲ ਹਮਾਰੇ। ਆਪਣੇ ਗੁਰੂ ਨੂੰ, ਮਾਲਕ ਨੂੰ ਸਿਮਰ ਕੇ ਅਸਾਂ ਜੀਵਾਂ ਨੇ ਸਾਰੇ ਕੰਮ ਸਿਰੇ ਚੜ੍ਹ ਸਕਦੇ ਹਨ। ਹਰ ਕਾਰਜ ਸਾਡਾ ਰਾਸ ਹੋ ਸਕਦਾ ਹੈ ਜੇ ਅਸੀਂ ਪ੍ਰਭੂ ਦੇ ਪਾਵਨ ਚਰਨ ਆਪਣੇ ਹਿਰਦੇ ਵਿੱਚ ਵਸਾ ਕੇ ਰੱਖੀ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਰਹਾਓ। ਪੁੰਨ ਦਾਨ ਪੂਜਾ ਪਰਮੇਸ਼ਰ, ਹਰ ਕੀਰਤ ਤਤ ਵਿਚਾਰੇ। ਸਾਰੀਆਂ ਵਿਚਾਰਾਂ ਦਾ ਨਿਚੋੜ ਇਹ ਹੈ ਕਿ ਪਰਮਾਤਮਾ ਦੀ ਸਿਫਤ ਸਲਾਹ ਹੀ ਪਰਮਾਤਮਾ ਦੀ ਪੂਜਾ ਹੈ ਅਤੇ ਪੁੰਨ ਦਾਨ ਵੀ ਹੈ। ਜਿਹੜਾ ਪੁੰਨ ਦਾਨ ਹੈ ਇਹ ਵੀ ਪਰਮਾਤਮਾ ਦੀ ਪੂਜਾ, ਪਰਮਾਤਮਾ ਦਾ ਨਾਮ ਹੀ ਹੈ। ਇਸ ਯੁੱਗ ਦੇ ਅੰਦਰ ਅਤੇ ਕਲਯੁੱਗ ਦੇ ਅੰਦਰ ਨਾਮ ਦਾ ਹੀ ਪ੍ਰਭਾਵ ਹੈ।
ਹੋਰ ਯੁਗਾਂ ਦੇ ਵਿੱਚ ਤੀਰਥਾਂ ਦਾ ਮਹੱਤਮ ਸੀ, ਦਾਨ ਪੁੰਨ ਦਾ ਮਹੱਤਮ ਸੀ, ਪਰ ਇਸ ਵਿੱਚ, ਇਸ ਸਮੇਂ ਵਿੱਚ, ਕਲਯੁਗ ਵਿੱਚ ਵਾਹਿਗੁਰੂ ਦਾ ਨਾਮ ਇਹ ਸਭ ਤੋਂ ਉੱਤਮ ਦਾਨ ਹੈ। ਸਭ ਤੋਂ ਕਲ ਮੇ ਇਹੋ ਪੁੰਨ ਗੁਣ ਗੋਬਿੰਦ ਗਾਏ। ਸਭ ਤੋਂ ਵੱਡਾ ਦਾਨ ਗੁਣ ਦੀ, ਗੋਬਿੰਦ ਦੇ ਗੁਣ ਗਾਣੇ। ਗੁਣ ਗਾਵਤ ਅਤੁਲ ਸੁਖ ਪਾਇਆ, ਠਾਕੁਰ ਅਗਮ ਅਪਾਰੇ। ਅਪੁੰਚ ਤੇ ਬੇਅੰਤ ਮਾਲਕ ਪ੍ਰਭੂ ਦੇ ਗੁਣ ਗਾਉਂਦਿਆਂ ਬੇਅੰਤ ਸੁਖ ਪ੍ਰਾਪਤ ਕਰ ਲੈਂਦੇ ਹਾਂ। ਬੇਅੰਤੀ ਸੁਖ ਪ੍ਰਾਪਤ ਹੋ ਜਾਂਦੇ ਹਨ ਉਹਦੇ ਗੁਣ ਗਾਉਣ ਨਾਲ। ਜੋ ਜਨ ਪਾਰ ਬ੍ਰਹਮ ਆਪਣੇ ਕੀਨੇ, ਤਿਨ ਕਾ ਬਹੋਰ ਕਛ ਨਾ ਵਿਚਾਰੇ। ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ, ਜਿਨ੍ਹਾਂ ਮਨੁੱਖਾਂ ਨੂੰ ਆਪਣੀ ਪਰਮਾਤਮਾ ਤੇ ਉੱਪਰ ਵਿਸ਼ਵਾਸ ਹੈ ਨਾ, ਸਤਿਗੁਰੂ ਮਹਾਰਾਜ ਉਹਦਾ ਕੋਈ ਵੀ ਅਵਗੁਣ, ਕੋਈ ਗਲਤੀ ਸਤਿਗੁਰੂ ਮਹਾਰਾਜ ਢੱਕ ਲੈਂਦੇ ਹਨ। ਉਹਦੀ ਕੋਈ ਲੇਖੇ ਤੇ ਵਿਚਾਰ ਨਹੀਂ ਕੀਤੀ ਹੁੰਦੀ। ਪਰਮਾਤਮਾ ਕਹਿੰਦਾ ਇਹ ਮੇਰਾ ਭਗਤ ਹੈ, ਮੈਂ ਇਹਦੇ ਨਾਲ ਹੀ ਹਾਂ। ਜੇ ਇਹਦੇ ਕੋਲ ਕੋਈ ਅਪਰਾਧ ਜਾਂ ਗਲਤੀ ਵੀ ਹੋ ਰਹੀ ਹੈ ਤੇ ਮੈਂ ਉਹਨੂੰ ਢੱਕਣਾ ਹੈ, ਮੈਂ ਉਹਦੇ ਗੁਣਾਂ ਦੀ ਸਾਂਝ ਕਰਨੀ ਹੈ, ਨਾ ਕਿ ਉਹਦੀ ਗਲਤੀ। ਨਾਮ ਰਤਨ ਸੁਨ ਜਪ ਜਪ ਜੀਵਾ, ਹਰ ਨਾਨਕ ਕੰਠ ਮਝਾਰੇ। ਜਿਹੜਾ ਨਾਮ ਰਤਨ ਹੈ ਉਹਨੂੰ ਮੈਂ ਸੁਣ ਕੇ ਜਪ ਜਪ ਜੀਵਾਂ, ਉਹਨੂੰ ਜਪ ਕੇ ਮੈਂ ਜੀਂਦਾ ਹਾਂ। ਦਰਅਸਲ ਨਾਮ ਹੀ ਮੇਰਾ ਜੀਵਨ ਹੈ। ਹਰ ਨਾਨਕ ਕੰਠ ਮਝਾਰੇ। ਇਹ ਕੰਠ ਦੇ ਅੰਦਰ ਮੇਰਾ ਵਾਸਾ ਮੇਰੇ ਪ੍ਰਭੂ ਦਾ, ਗੁਰੂ ਅਰਜਨ ਦੇਵ ਜੀ ਕਹਿੰਦੇ ਹਨ, ਪਿਤਾ ਪ੍ਰਭੂ ਦਾ ਵਾਸਾ ਹੋ ਜਾਂਦਾ ਹੈ। ਇਸ ਨਾਮ ਨੂੰ ਜਪ ਜਪ ਕੇ ਨਾ ਜੀਵਨ ਦਾ ਆਧਾਰ ਬਣਾ ਕੇ ਇੱਕ ਦਿਨ ਕੰਠ ਦੇ ਅੰਦਰ, ਹਿਰਦੇ ਵਿੱਚ ਉਹਦਾ ਪ੍ਰਭੂ ਦਾ ਘਰ ਵਾਸਾ ਹੋ ਜਾਂਦਾ ਹੈ। ਆਓ ਪਿਆਰਿਓ, ਕੱਲ੍ਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਸੀ। ਉਸੀ ਵਿਸ਼ੇ ਦੇ ਉੱਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੰਗਤ ਦੇ ਵਿੱਚ ਅੱਜ ਬੈਠੇ ਹਨ। ਸੰਗਤ ਦਾ ਭਲਾ ਹੋ ਰਿਹਾ ਹੈ, ਸੰਗਤ ਨੂੰ ਕਥਾ ਕੀਰਤਨ ਸੁਣਾਇਆ ਜਾ ਰਿਹਾ ਹੈ, ਦਰਬਾਰ ਸਜਿਆ ਹੈ। ਉਸ ਵੇਲੇ ਕੁਛ ਜਗਿਆਸੂ ਅਭਿਆਸੀ ਸੰਗਤ ਜੋ ਦੂਰੋਂ ਸਤਿਗੁਰੂ ਜੀ ਦੇ ਦਰਸ਼ਨਾਂ ਨੂੰ ਆਈਆਂ ਹਨ, ਸਤਿਗੁਰੂ ਜੀ ਦੇ ਅੱਗੇ ਪ੍ਰਸ਼ਨ ਰੱਖਿਆ ਹੈ, ਮਹਾਰਾਜ ਸਾਨੂੰ ਇਹ ਦੱਸਣਾ ਕਰੋ, ਇਹ ਜਿਹੜੀ ਬਾਣੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਇਹਦਾ ਕੀ ਫਲ ਹੈ, ਕੀ ਮਹੱਤਮ ਹੈ, ਔਰ ਇਹਨੂੰ ਪੜ੍ਹਨ ਦਾ ਲਾਭ ਕੀ ਹੈ, ਫਾਇਦਾ ਕੀ ਹੈ, ਇਹ ਸਾਨੂੰ ਦੱਸਣਾ ਕਰੋ ਆਪਣੇ ਮੁਖੋਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੁਸਕਰਾਏ, ਕਹਿੰਦੇ ਤੁਹਾਨੂੰ ਪ੍ਰੈਕਟੀਕਲ ਤੌਰ 'ਤੇ ਸਮਝਾਉਣਾ ਕਰਦੇ ਹਾਂ। ਉਸੀ ਵੇਲੇ ਅੰਤਰਜਾਮੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਅੱਜ ਇੱਕ ਸਾਧੂ ਆ ਗਿਆ। ਸਾਧੂ ਦਰਅਸਲ ਦੇਵਤਾ ਸੀ, ਦੇਵਤਾ। ਉਹ ਵੈਕੁੰਠ ਧਾਮ ਤੋਂ, ਸਵਰਗਾਪੁਰੀ ਤੋਂ ਆਇਆ ਸੀ। ਉਹਦਾ ਨਾਂ ਸੀ ਨਾਰਦ ਮੁਨੀ। ਨਾਰਦ, ਉਹਦੇ ਕੋਲ ਇੱਕ ਵਿਚਿੱਤਰ ਜੀ ਚੀਜ਼ ਸੀ, ਪੰਖ। ਹਿਮਾਊ ਪਕਸ਼ੀ ਜੋ ਵੈਕੁੰਠ ਦਾ ਹੀ ਹੈ, ਉੱਧਰ ਦਾ ਉਹ ਪਕਸ਼ੀ ਹੈ ਜੀ। ਉਹਦੇ 4 ਪੰਖ ਤੋੜ ਕੇ ਨਾਰਦ ਮੁਨੀ ਭੇਟ ਕਰਨ ਆਇਆ ਹੈ ਗੁਰੂ ਗੋਬਿੰਦ ਸਿੰਘ ਜੀ ਨੂੰ। ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਬੇਨਤੀ ਕਰਦਾ ਹੈ ਨਾਰਦ ਸਾਧੂ ਰੂਪ, ਇਹ ਮੇਰੀ ਭੇਟਾ ਹੈ,
मैं बड़ी शरधा नाल भावना नाल आप जी के वास्ते लैके आया। आप जी प्रवान करो। गुरु जी कहते साधु महाराज आप जी जल पान छको। आप जी की भेटा स्वीकार हो गई है। गुरु गोबिंद सिंह जी महाराज ने उपदेश बख्शिया, सिखा नूं कहा मैं 4 तीर इस 4 पक्षी के पंख नाल बंध के आसमान वल छड्डांगा और तुसी पिछे पिछे ਸਿੰਘਾਂ ने भजना है। जिथे तीर डिगेगा धरती ते तुसी चुक के लेके आना है। तुहाडी ये ड्यूटी बन गई। महाराज जी ने 4 खंभ हिमाऊ पक्षी दे अपने 4 तीरां नाल बंध ते लोहे दे और आसमान वाल छड़ते। पहला तीर छड्डिया, सिख दौड़ी जाते हैं, पिछे भजते हैं तीर दे। जिथे तीर उत्ते सिख, पर अचानक ही देखते हैं वो तीर आसमान दे विच बेखुंठा वाल चला गया, धरती ते डिगा ही नहीं। दूजा तीर कमान तो जदों छड्डिया गया, दूजा भी उसी तरह आसमान वाल भज गया। तीजा तो चौथा, 4 दे यही होया। गुरु गोबिंद सिंह जी पुछन लगे ਸਿੰਘਾਂ ਕੋਲੋਂ ਤੁਹਾਨੂੰ कोई तीर धरती ते डिगा मिलिया? कहते नहीं मिलिया। सतगुर कहते ਤੁਹਾਨੂੰ मिलना भी नहीं सी। ਤੁਹਾਨੂੰ पता है उस तीर दे नाल ਜਿਹੜੇ खंभ लगे सी वो की सन? वो हिमाऊ पक्षी है जी। वो धरती का पक्षी नहीं है, वो आसमान के पल्ले पाए रहता है। जिस देश तो वो पंख आए सी, ये लोहे के 4 तीर भी उसी हिमाऊ पक्षी के पंख नाल बंधे हुए उसी देश के अंदर तुर गए हैं। हुण ये कदी धरती ते वापस नहीं आएंगे। गुरु गोबिंद सिंह जी कहते ये गुरबाणी है तो धुरों आई है सचखंड तो, ते सचखंड की बाणी है जिस देश तो आई है। जड़ा भी गुरसिख इनू भावना नाल प्रेम नाल विचार के पढ़ेगा, अमली जीवन बनाएगा। ये बाणी इहदे विच कोई शक नहीं, एक दिन जिस देश तो आई है उस जीव आत्मा नू भी उसी देश तक ले जाएगी। आखो सतनाम श्री वाहिगुरू। ये वड्डा फल है। ये गुरु गोबिंद सिंह जी ने अपने मुख तो सुनाया है मातम गुरबाणी का। जड़े कई कहते हैं जी मन नहीं टिकदा, साडा मन नहीं टिक रहा, बाणी पढ़न का की लाभ है? टोटा रतन है तोता, बरट्टी जा रहे हैं, बाणी तो वसदी नहीं पई मन। गुरु गोबिंद सिंह जी कहते नहीं, बाणी पढ़नी तां भी जरूरी है। इन्नी बाणी पढ़ सिखा, इन्नी बाणी पढ़, एक दिन तेरा मन आपे ही लग जाएगा। पहले बाणी तो पढ़। बाणी पढ़नी ना छड़ दी, बाणी तेरे पाप साड़ेगी। जदों तेरे अंदरों एक पासे पाप हैं, एक पासे पुण्य हैं, 2 पलड़े हैं। बैलेंस पापां दा वधिया पिया दरअसल, तां मन नहीं लग रहा। पुण्य घट हैं तेरे अंदर। जिस दिन पुण्य वाला जड़ा बैलेंस है ऊपर जाएगा, पाप वल पापां दा थल्ले चला जाएगा, फिर तेरा मन इन्ना लगेगा ना, फिर तू कहेगा अज बहुत मन लग्या है मारा। दिल करदा सी कि बाणी पढ़ी जावां भोग ही ना पावां। एक पाठ, दूजा पाठ, तीजा पाठ, दिल ते हुण करदा है 24 घंटे ही बाणी चलती रहे। ऐसे ऐसे गुरसिख भी बैठे हैं जड़े ये नहीं सोचते कि ये पाठ खो गया बस जी खत्म, हुण की लोड़ है, हुण सारा दिन गप्पां मारांगे, गल्लां करांगे, दुनियावी कारजां विच लुझे रहांगे। नहीं, असली जड़ा गुरु का सिख है वो रंगिया होया ना, वो तां उहदा मन जड़ा हुंदा है ना हर वक्त ही गुरु नाल जुड़िया हुंदा है, बाणी नाल। वो तां
घर भी जाएगा तां भी ਉਹਦਾ गल बाणी ते ही खत्म होएगी। उधर भी सोचेगा कोई बाणी की गल हो जाए, बाणी की विचार हो जाए, या कोई होर पाठ शुरू हो जाए ताकि मैं ये भी पाठ कर ਲਾਂ। जो गुरुद्वारे साहब पाठ किया वो तो थोड़ा है, पर मेरे पाप ज़्यादा हैं। घर जाके भी तो पाठ करने चाहिए हैं। वो अवस्था होंदी है जी, अवस्था बनेगी तो गुरु गोबिंद सिंह जी कहते जब बाणी पढ़ेगा, सुनेगा, कथा सुनेगा, विचारेगा, सिमरन करेगा, निमरता रखेगा मन विच, होमे हंकार तो परे होएगा, मैं दा पर्दा दूर करेगा तो सतगुरु महाराज प्रगट हो जाएंगे। मस्कीन साहब भी यही उपदेश देंदे सन। कई सिख मस्कीन साहब जी नूं कथा तो बाद विचारा करते सन कि मस्कीन जी मन तो लगता नहीं, बाणी बहुत पढ़ी दा मन नहीं लगता। मस्कीन साहब यही अगों आखदे, कहते बाणी पढ़ो ताकि तुहाडा मन लग जाए। आखो सतनाम श्री वाह। ये नहीं कि बाणी पढ़ते हैं मन नहीं लगता, ये कोई गल नहीं हुई। मस्कीन साहब कहते बाणी इन्नी ज़्यादा पढ़ो एक दिन तुहाडा मन लगना शुरू हो जाए। ये अवस्था ते जाना है तुसी। अमृत वेले जागया करो। दूजा उपदेश दिया करन, अमृत वेले घर दे विच वाहिगुरु 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 इन्ना उच्चा पढ़ना है बस तुहाडे कंन तक आवाज़ आवे। रसना तो शुरू होएगा जाप, कंठ विच आप ही चला जाएगा। अभ्यास हौले हौले वधाना है। 10 तो 15 मिनट, 15 तो अद्धा घंटा, अद्धे घंटे तो 1 घंटा। घटाना नहीं है कि एक दिन 15 मिनट तो अगले दिन 5 मिनट से आ जाओ। पुट्ठी चक्की नहीं चलानी। पुट्ठी चक्की वाले हमेशा मात खा जाएंगे। जो नेम बन गया वो तो है ही है तुहाडा। जिहदे नेम तो वो है जिहदे अंदर वाधा हो जाए, वधना चाहिए है। एक पाठ करते हो सुखमनी साहिब का, 2 हो जान कोई गल नहीं, कोई पाप नहीं। 2 पाठ करया करो। ये ना होवे कल नूं 1 करते हो, 1 तो अद्धे ते आ जाओ 12 अष्टपदियाँ, 12 तो 6 ते आ जाओ, 6 तो 3 ते 3 तो बाद सुखमनी साहिब होंदा ही नहीं जी। हुण की करिए, समाप्ति ते आ जाओ, पाठ ही बंद कर दो। ये नहीं होंदा। ये मन की जिहड़ी अवस्था नूं तुसीं स्ट्रोंग करना है। सत्संग का लाभ यही है। जे सत्संग आए हो तो जीवन ही नहीं बदलिया फिर की लाभ है। जे सत्संग आए हो तो पूरा फायदा चक्को। सत्संगत में जो उपदेश होंदा है उन्होंने कमान की कोशिशां करया करो, अपना मन लगाया करो। एक होर तरीका है विधि मन लगाने की, वो भी दस देंगे। जे तुहाडा मन नितनेम नहीं करन नूं करदा ना, तो किसी महापुरुष की किताब लै लो घर। कई ना शौकीन होंदे, वो बाबा नंद सिंह जी की किताबां, बाबा अतर सिंह जी मस्तोआणे वाले बाबा जी की किताबां, संत ईश्वर सिंह जी राड़ा साहब वाले बाबा जी की किताबां, या भगतां की कथा की किताब वो भी आती है भगत साल, वो घर विच रख लो। उहदे विचों कथा पढ़िया करो। वेले टाइम ना घंटा लाया करो। हाथ जोड़ के बेनती है इस पासे भी लाया करो भाई। होर पासा जे तुसी टीवी देखते हो, न्यूज़ देखते हो, टैलीफोन ते गल्लां करते हो भाई, ये जड़ा समा भी कड्डो 1 घंटा। फिर की होएगा, उन्हां दी जीवन के अंदर खुशबू लभेगी तुहानूं कि इन्ना जाप, इन्ने वजे अमृत वेले जागते सन महापुरुष, इन्नी बंदगी, भगतां दी इन्नी बंदगी सी। तुसी अपने आप नूं लानता पाओगे, कहोगे कि साडा ते बहुत घट नेम है इस हिसाब नाल। ते फिर की होएगा, अचानक ही तुहानूं मन उत्साह देगा कि जब भगत तर सकते हैं, गुरसिख तर सकते हैं, तो असी भी तर सकते हैं। असी भी अपना जाप इन्हां नूं देख के कथा पढ़ के वधावांगे। यानी वो जड़ा बैटरी है ना, बैटरी सुत्ती हुई तुहाडी आत्मा की, वो चार्ज हो जाएगी।
ਇਹ ਫਾਇਦਾ ਹੈ। ਗੁਰੂਆਂ ਦੀ, ਪੀਰਾਂ ਦੀ, ਸੰਤਾਂ ਦੀ ਕਿਤਾਬਾਂ ਘਰ ਪੜ੍ਹਿਆ ਕਰੋ। ਨਹੀਂ ਪੜ੍ਹ ਸਕਦੇ ਤੇ ਟੀਵੀ ਉੱਪਰ ਵੀ ਅੱਜ ਕੱਲ੍ਹ ਸਾਧਨ ਬਣ ਗਿਆ ਹੈ। ਟੀਵੀ ਤੇ ਮੋਬਾਈਲ ਦੇ ਮਾਧਿਅਮ 'ਤੇ ਸੋਹਣੇ ਸੋਹਣੇ ਪ੍ਰਚਾਰਕ ਜਿਹੜੇ ਅੱਛੀ ਕਥਾ ਕਰਦੇ ਹਨ, ਜਿਹੜੇ ਗੁਰੂ ਬਾਣੀ ਦੀ ਗੱਲ ਕਰਦੇ ਹਨ, ਉਹਨਾਂ ਦੀ ਕਥਾ ਕੀਰਤਨ ਲਾਇਆ ਕਰੋ। ਭਾਈ ਸਾਹਿਬ ਗੁਰਸ਼ਰਨ ਸਿੰਘ ਜੀ ਲੁਧਿਆਣੇ ਵੱਲੇ, ਭਾਈ ਸਾਹਿਬ ਭਾਈ ਗੁਰਿਕਬਾਲ ਜੀ ਮਾਤਾ ਕੋਲਾਂ ਵੱਲੇ, ਸੁਖਦੇਵ ਸਿੰਘ ਜੀ ਰੂਮੀ ਵਾਲੇ ਸਨ। ਇਹਨਾਂ ਦੀ ਕਥਾ ਅਸਰ ਕਰਦੀ ਹੈ, ਛੇਤੀ ਅਸਰ ਕਰ ਜਾਏਗੀ। ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ ਮਾਤਾ ਕੋਲਾਂ ਵਾਲੇ, ਇਹ ਵੀ ਬੜੇ ਹੀ ਅੱਜ ਕੱਲ੍ਹ ਪ੍ਰਚਾਰਕ ਚੰਗੇ ਹਨ। ਇਹਨਾਂ ਦੀ ਕਥਾਵਾਂ ਬਹੁਤ ਲੋਕਾਂ ਨੂੰ ਪ੍ਰਭਾਵਿਤ ਕਰ ਰਹੀ ਹੈ, ਕਿਉਂਕਿ ਇਹ ਕੀਰਤਨ ਵੀ ਕਰਦੇ ਹਨ ਨਾਲ, ਸਾਜ਼ 'ਤੇ, ਵਾਜੇ 'ਤੇ, ਤਬਲੇ 'ਤੇ। ਸੰਗਤ ਵੀ ਕਾਫੀ ਬੈਠੀ ਹੁੰਦੀ ਹੈ, ਉੱਚਾ ਉੱਚਾ ਬੋਲਦੇ ਹਨ ਅਤੇ ਛੇਤੀ ਸਮਝ ਆ ਜਾਂਦੀ ਹੈ ਗੱਲ। ਬੜੀ ਆਰਾਮ ਨਾਲ ਸਹਿਜੇ ਕਰਦੇ ਹਨ, ਬੜੀ ਆਸਾਨੀ ਨਾਲ ਸਮਝਾ ਦਿੰਦੇ ਹਨ। ਇਸ ਤਰ੍ਹਾਂ ਦੇ ਸੰਗਤ ਕਰਿਆ ਕਰੋ। ਤੁਹਾਡੀ ਜਿਹੜੀ ਭਗਤੀ ਹੈ ਨਾ, ਜਿਹੜੀ ਦੁੱਗਣੀ ਹੋ ਜਾਏਗੀ। ਤੁਹਾਡਾ ਮਨ ਲੱਗਣਾ ਸ਼ੁਰੂ ਹੋ ਜਾਏਗਾ। ਜਿੱਥੇ ਪਾਠ ਵਿੱਚ, ਬਾਣੀ ਵਿੱਚ ਪਾਠ ਹੀ ਦਿਲ ਨਹੀਂ ਲੱਗਦਾ, ਤੁਹਾਡਾ ਮਨ ਚੰਗਾ ਹੋ ਜਾਏਗਾ। ਇਹ ਜਿਹੜਾ ਉਪਦੇਸ਼ ਹੈ ਗੁਰੂ ਗੋਬਿੰਦ ਸਿੰਘ ਜੀ ਵੀ ਦਿੰਦੇ ਸਨ ਕਿ ਰੋਜ਼ਾਨਾ ਸਿੱਖ ਨੇ ਕਥਾ ਸੁਣਨੀ ਹੈ। ਰੋਜ਼ਾਨਾ, ਰੋਜ਼ ਕਥਾ ਅਤੇ ਬਾਣੀ ਵੀ ਪੜ੍ਹਨੀ ਹੈ। ਕਥਾ ਨਾਲ ਫਿਰ ਜੀਵਨ ਬਣਦਾ ਹੈ। ਬਾਣੀ ਦੀ ਵਿਚਾਰ ਨਾਲ ਜੀਵਨ ਦੇ ਅੰਦਰ ਤਬਦੀਲੀ ਆ ਜਾਂਦੀ ਹੈ। ਖਾਲੀ ਬਾਣੀ ਪੜ੍ਹਦੇ ਰਹੋਗੇ, ਹੋ ਸਕਦਾ ਅਹੰਕਾਰ ਦੇ ਸ਼ਿਕਾਰ ਹੋ ਜਾਓ, ਹਉਮੈ ਆ ਜਾਏ ਮਨ ਵਿੱਚ। ਖਾਲੀ ਸੇਵਾ ਵੀ ਕਰਦੇ ਰਹੋਗੇ, ਉਹ ਵੀ ਹੰਕਾਰ ਦੀ ਨਿਸ਼ਾਨੀ ਹੈ ਕਿ ਮੈਂ ਸੇਵਾ ਕਰ ਰਿਹਾ ਹਾਂ, ਮੇਰੀ ਵਰਗੇ ਕੋਈ ਸੇਵਾ ਨਹੀਂ ਕਰ ਸਕਦਾ, ਮੇਰੇ ਕਰਕੇ ਇਹ ਸੇਵਾ ਚੱਲਦੀ ਪਈ ਹੈ। ਇਹ ਚੀਜ਼ ਵੀ ਮਾੜੀ ਹੈ। ਦੋਨੋਂ ਪਾਸੇ ਤਰਾਜੂ ਪੂਰਾ ਬੈਲੈਂਸ ਕਰ ਲਓ। ਜਿੱਥੇ ਨਾਮ ਜਪਣਾ ਹੈ ਉੱਥੇ ਸੇਵਾ ਵੀ ਕਰਨੀ ਹੈ, ਜਿੱਥੇ ਪਾਠ ਕਰਨਾ ਹੈ ਉੱਥੇ ਬਾਹਰ ਜਾ ਕੇ ਭਾਂਡੇ ਵੀ ਮਾਂਜਣੇ ਹਨ, ਝਾੜੂ ਵੀ ਫੇਰਨਾ ਹੈ। ਸੇਵਾ ਨੀਵੀਂ ਤੋਂ ਨੀਵੀਂ ਕਰਿਆ ਕਰੋ। ਇਹ ਨਾ ਸੋਚਿਆ ਕਰੋ ਕਿ ਇਹ ਜਿਹੜੀ ਸੇਵਾ ਹੈ ਮੇਰੇ ਲਾਇਕ ਨਹੀਂ ਹੈ। ਇਹ ਚੀਜ਼ ਮਨ ਤੋਂ ਹਟਾ ਦਿਓ, ਉਹ ਜਲਦੀ ਤਰੱਕੀ ਕਰ ਜਾਏਗਾ। ਜਲਦੀ ਜਿਹੜਾ ਇਹ ਨਹੀਂ ਸੋਚਦਾ ਕਿ ਇਹ ਤੱਪੜ ਡਾਣਾ ਕੋਈ ਨੀਵੀਂ ਸੇਵਾ ਹੈ, ਨਹੀਂ ਹੈ, ਉੱਚੀ ਹੈ, ਸਭ ਤੋਂ ਉੱਚੀ ਸੇਵਾ। ਇਹ ਝਾੜੂ ਲਾਣਾ ਸਭ ਤੋਂ ਉੱਚੀ ਸੇਵਾ। ਝੂਠੇ ਕੋਲੇ ਮਾਂਜਣਾ, ਸੰਗਤ ਦੇ ਥਾਲ ਮਾਂਜਣੇ, ਇਹ ਸਭ ਤੋਂ ਉੱਚੀ ਸੇਵਾ। ਜਿੰਨਾ ਥੱਲੇ ਥੱਲੇ ਜਾਂਦੇ ਰਹੋਗੇ ਉਨਾ ਹੀ ਰੱਬ ਤੁਹਾਨੂੰ ਉੱਚਾ ਕਰੇਗਾ ਜੀ। ਜਿੰਨਾ ਪਹਿਲੇ ਹੀ ਮਨ ਵਿੱਚ ਉੱਚਾ ਹੀ ਸੋਚ ਕੇ ਆਓਗੇ ਘਰੋਂ, ਤੇ ਰੱਬ ਵੀ ਤੁਹਾਨੂੰ ਨੀਵੀਂ ਥਾਂ 'ਤੇ ਸੁੱਟੇਗਾ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਨਹੀਂ ਸੋਚਣਾ। ਕਿਉਂ ਕਰੋ ਐਸੀ ਗਲਤੀ? ਪਹਿਲੇ ਹੀ ਘਰੋਂ ਸਿਆਣੇ ਬਣ ਕੇ ਕਿਉਂ ਆਉਂਦੇ ਹੋ? ਪਹਿਲੇ ਹੀ ਕਹੋ ਮੇਰੇ ਵਰਗਾ ਕੋਈ ਪਾਪੀ ਨਹੀਂ, ਮੇਰੇ ਵਰਗਾ ਕੋਈ ਨੀਵਾਂ ਨਹੀਂ। ਸਾਰੀ ਸੰਗਤ ਉੱਚੀ ਹੈ ਜਿਹੜੀ ਰੋਜ਼ਾਨਾ ਗੁਰੂ ਦਰਬਾਰ ਦੀ ਹਾਜ਼ਰੀ ਭਰਦੀ ਹੈ। ਅਸੀਂ ਤਾਂ ਕਦੀ ਕਦਾਰ ਆਉਣ ਵਾਲੇ ਬੰਦੇ ਹਾਂ। ਉਹ ਸੰਗਤ ਧੰਨ ਹਨ ਜਿਹੜੇ ਗੁਰੂ ਦੇ ਦਰਸ਼ਨਾਂ ਨੂੰ ਰੋਜ਼ਾਨਾ ਆਉਂਦੀ ਹੈ, ਜਿਹੜੇ ਗੁਰੂ ਦੇ ਸੇਵਾ ਰੋਜ਼ਾਨਾ ਕਰਦੀ ਹਨ, ਉਹ ਧੰਨ ਹਨ। ਅਸੀਂ ਤਾਂ ਉਹਨਾਂ ਦੀ ਚਰਨਾਂ ਦੀ ਧੂੜ ਜੋਗੇ ਵੀ ਨਹੀਂ। ਬਾਬਾ ਨੰਦ ਸਿੰਘ ਜੀ ਨੀਵੀਂ ਥਾਂ 'ਤੇ ਬਹਿੰਦੇ ਸਨ। ਅੱਜ ਉਹਨਾਂ ਦੀ ਬਰਸੀ ਵੀ ਹੈ। ਬਰਸੀ ਦੇ ਦਿਨ ਚੱਲਦੇ ਹਨ। ਨਾਨਕਸਰ ਬਰਸੀ ਮਨਾਈ ਜਾ ਰਹੀ ਹੈ। ਬੜੀ ਹੀ ਜਗਰਾਉਂ, ਬੜੀ ਸੰਗਤ ਹੈ। ਕੱਲ੍ਹ ਰਾਤ ਨੂੰ ਵੀ ਦਾਸ ਨੇ ਦਰਸ਼ਨ ਕੀਤੇ ਟੀਵੀ 'ਤੇ। ਲੱਖੋਂ ਦਾ ਇਕੱਠ ਸੀ। 5 ਦਿਨ ਤੋਂ ਮਨਾ ਰਹੇ। 1 ਲੱਖ ਬੰਦਾ ਰੋਜ਼ਾਨਾ ਆ ਰਿਹਾ। ਬੜੀ ਸੰਗਤ ਹੈ। ਨਾਨਕਸਰ ਪੈਰ ਰੱਖਣ ਦੀ ਜਗ੍ਹਾ। ਇਹ ਉਹਨਾਂ ਦੀ ਕਮਾਈ ਹੈ। 220 ਅਖੰਡ ਪਾਠ ਦਾ ਭੋਗ, ਪਹਿਲੇ 145 ਅਖੰਡ ਪਾਠ ਦਾ ਭੋਗ ਪਾਇਆ ਗਿਆ, ਫਿਰ 220 ਅੱਜ ਸਵੇਰੇ ਭੋਗ ਪਾਏ ਜਾਣਗੇ। ਅੱਜ 29 ਤਰੀਕ ਨੂੰ, ਜਿਹਦੇ ਵਿੱਚ 175 ਅਖੰਡ ਪਾਠ ਅਤੇ ਬਾਕੀ ਜਪਜੀ ਸਾਹਿਬ ਜੀ ਦੇ ਅਖੰਡ ਪਾਠ ਮਿਲਾ ਕੇ 220 21 ਪਾਠ। ਅਤੇ ਕਮਾਲ ਦੀ ਗੱਲ ਹੈ, ਇੱਕ ਵੀ ਪਾਠ ਦੀ ਮੋਕਸ਼ ਨਹੀਂ ਦਿੱਤੀ ਜਾਂਦੀ।
जिन्हें भी पाठी सिंह है ना, वो सारे दे सारे निष्काम सेवा करते हैं। आखो सतनाम श्री वाह। 5 दिन तो कीर्तन कथा चल रहा है, एक भी बंदा स्टेज तो लिफाफा लैके यानी माया का भेटा लैके नहीं गया। क्यों? सब नूं 5-10 मिनट मिलते हैं, सारे कहते हैं कि बाबा नंद सिंह जी के दरबार में सानू बोलन की सिर्फ एक चांस, एक मौका मिल जाए, बस साड़ी हाज़री लग जाए उन्होंने चरणों च। आखो सतनाम श्री वाह। किसी को लालच, अमरीका तो इंग्लैंड तो संत आ रहे हैं, पर कोई भी माया के लालच विच नहीं आ रहा। हर कोई नानकसर कथा करन हाज़री भरन आ रहा। ये कमाई नहीं तो की है? बिना माया तो देख लो सारा कुछ चलते हैं, बिना माया तो कम चल जाते हैं। माया वड्डी नहीं है, ये तो गुरु जी ने जगह दी है माया नूं। माया गुजरान बाबा नंद सिंह जी कहते मैं माया नूं यूज़ नहीं करना, मेरा तो परमात्मा आपे जो करना कर देगा। जेब ही नहीं लाई, कुर्ते के उपर जेब ही नहीं है, गल हो सकती है? बिना माया नूं हाथ लगाए पूरा जीवन बिताता बाबा नंद सिंह जी, कमाई वाले साथ। उन्हां दी गल कर रहा। वो ना टोया जा कटते सी, टोया अज भी वो स्थान बनया पाया नानकसर। टोया थले नीवी थां ते गुरु ग्रंथ साहिब जी उच्चे आसन ते विराजमान, ते उधर आसन ला के भगती करते सन नीवें होके। एक निंदक अज बाबा नंद सिंह जी की निंदिया नूं आ गया, वाद विवाद करने वाले जिन्होंने क्या कहना निंदक आके बाबा जी ने बहस पाली। कहते तुसां ये टोया किता है कादे वास्ते किता है, ये क्यों तुसी नीवी थां ते बंदे हो, इस तरह प्रभु मिल जाता है? बाबा नंद सिंह जी समझ गए ये विवाद करने वाला मनुष्य ये बहस पाएगा बड़ी। बाबा जी कहते गुरसिखा मैं नीवा ही चंगा, मेरी कोई इन्नी भगती नहीं, कोई भावना नहीं, शरधा नहीं दरअसल। कहते हाँ तेरे वर्गे जो उच्ची अवस्था के जोड़े गुरसिख है ना, जो इधरों लंघते हैं ना, उन्होंने चरणों की धूड़ पैरों की उड़ के हवा नाल मेरे वर्गे पापी दे मत्थे ते पैंदी है। आखो सतनाम श्री वाह। इस करके मैं टोए विच चंगा, मैं गड्ढा तां किता है 10 फुट थले कि तुहाडी संगत की धूड़ नाल मेरे पापी का उद्धार हो जाए। मैं भी तरह देखो इन्नी वड्डी गल कोई महापुरुष बंदगी वाला ही कह सकता है। गुरु ग्रंथ साहिब जी का सत्कार सी और नेम इन्ना ज़्यादा सी। 360 माला पक्कियां 108 मणके वाली जिन्हों लंबी माला कहते 108 मणके होंगे। मूल मंत्र की रोजाना कर लेंदे सी बाबा नंद सिंह जी, रोजाना नितनेम सी उन्हों का। तो 5 बाणी का पाठ, सोदर रहरास साहब जी, सुखमनी साहब, ये सब वखरा, ये माला का जाप वखरा करते सी। इन्ना नेम सी तां भी मत देख लो किन्नी नीवी, इन्नी वड्डी गल कहती। वो जड़ा निंदक सी वो भी अखां नीवियां करके लंघ गया। कहते ये महापुरुषों की कमाई है, इन्हों तो कोई बोल कबोल भी नहीं लगता। मैं तो इन्हों ताना मारिया सी, पर इन्होंने जड़ा जवाब दिता है मेरे कोल भी उस गल का जवाब नहीं है। आखो सतनाम श्री वाह। निमरता, इन्नी निमरता धार के गुरु घर जड़ा आएगा भाई वो सब कुछ लैके जाएगा, सब कुछ खाली नहीं भेजणगे गुरु जी। आओ नाम जपीए, समाप्ति वाल इशारा है, सारे जपो वाहे गुरु वाहे गुरु।